ਸਮਰਪਣ। हे ਸ੍ਰੀ ਸਾਈਂ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹੋਣਾ ਚਾਹੁੰਦਾ ਹਾਂ। ਤੁਸੀਂ ਪੂਰਨ ਹੋ, ਮੈਂ ਅਧੂਰਾ। ਤੁਸੀਂ ਆਪਣੀ ਪਵਿੱਤਰ ਧਾਰਾ ਨਾਲ ਮੇਰੀਆਂ ਕਮੀਆਂ ਦੂਰ ਕਰੋ ਤੇ ਮੇਰੀ ਘਾਟ ਨੂੰ ਆਪਣੀ ਕਿਰਪਾ ਨਾਲ ਪੂਰਨ ਕਰੋ। ਮੈਂ ਖੁਦ ਨੂੰ ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰਦਾ ਹਾਂ। ਨਾਲ ਹੀ ਇਹ ਗ੍ਰੰਥ ਤੁਹਾਡੀ ਹੀ ਰਚਨਾ ਹੈ, ਇਹ ਮੈਂ ਤੁਹਾਨੂੰ ਹੀ ਸਮਰਪਿਤ ਕਰਦਾ ਹਾਂ। ਈਸ਼ ਬੰਦਗੀ। हे ਗਣਪਤੀ, ਤੁਸੀਂ ਸਾਰੇ ਗਣਾਂ ਦੇ ਪਹਿਲੇ ਈਸ਼ ਹੋ। ਤੁਹਾਨੂੰ ਸਾਰੇ ਪਹਿਲਾਂ ਦੇਵ ਕਹਿੰਦੇ ਹਨ, ਸ਼੍ਰੀ ਗਣੇਸ਼ ਕਹਿੰਦੇ ਹਨ। ਸਾਰੇ ਸ਼ਾਸਤਰਾਂ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਕਰਦੇ ਹਨ, ਤੁਹਾਡੀ ਬੰਦਗੀ ਕਰਦੇ ਹਨ। ਤੁਸੀਂ ਭਗਵਾਨ ਸ਼ਿਵ ਦੀ ਦਿਵਯ ਲਾਟ ਤੇ ਚੰਦਰਮਾ ਵਾਂਗ ਬੈਠੇ ਤੇ ਸੱਜੇ ਹੋਏ ਹੋ। ਤੁਸੀਂ ਮੰਗਲਕਾਰੀ ਹੋ। ਮੈਂ ਸਭ ਤੋਂ ਪਹਿਲਾਂ ਤੁਹਾਡੀ ਬੰਦਗੀ ਕਰਦਾ ਹਾਂ। हे ਮਾਂ ਸ਼ਾਰਦੇ, ਤੁਸੀਂ ਬਾਣੀ ਤੇ ਸੁਰਾਂ ਦੀ ਦੇਵੀ ਹੋ। ਤੁਸੀਂ ਸ਼ਬਦਾਂ ਦੀ ਰਚਨਾ ਕਰਦੇ ਹੋ। ਤੁਹਾਡੀ ਮੌਜੂਦਗੀ ਨਾਲ ਹੀ ਚੁੱਪੀ ਧਾਰ ਕੇ ਬੈਠੀ ਦੁਨੀਆ ਬੋਲਣ ਲੱਗਦੀ ਹੈ ਅਤੇ ਉਸ ਨਾਲ ਦੁਨੀਆ ਦਾ ਵਿਹਾਰ ਚੱਲਦਾ ਹੁੰਦਾ ਹੈ। ਤੁਸੀਂ ਮੇਰੇ ਮਨ ਵਿੱਚ ਸ਼ਬਦਾਂ ਦਾ ਸੰਚਾਰ ਕਰੋ। ਮੈਂ ਤੁਹਾਡੇ ਚਰਨ ਕਮਲਾਂ ਦੀ ਬੰਦਗੀ ਕਰਦਾ ਹਾਂ। हे ਸਾਈਨਾਥ, ਤੁਸੀਂ ਇਸ ਜਗਤ ਦੇ ਸੂਤਰਧਾਰ ਹੋ। ਤੁਸੀਂ ਸਮੁੱਚੇ ਜਗਤ ਵਿੱਚ ਸਭ ਪਾਸੇ ਮੌਜੂਦ ਹੋ। ਤੁਸੀਂ ਸਾਰੇ ਸ਼ਾਸਤਰਾਂ ਦੇ ਵਿਚਾਰ ਹੋ। ਤੁਸੀਂ ਸਾਰੇ ਗ੍ਰੰਥਾਂ ਵਿੱਚ ਗਿਆਨ ਦੇ ਰੂਪ ਵਿੱਚ ਮੌਜੂਦ ਹੋ। ਤੁਸੀਂ ਆਪਣੇ ਸਰੂਪ ਦੀ ਇੱਕ ਝਲਕ ਦਿਖਾ ਕੇ ਮੇਰੇ ਉੱਪਰ ਵੀ ਕਿਰਪਾ ਕਰੋ, ਤਾਂ ਕਿ ਤੁਹਾਡੇ ਗੁਣਾਂ ਦਾ ਕੁਝ ਗੁਣਗਾਨ ਮੈਂ ਵੀ ਕਰ ਸਕਾਂ। ਮੈਂ ਨਿਮਰਤਾ ਨਾਲ ਤੁਹਾਡੀ ਬੰਦਗੀ ਕਰਦਾ ਹਾਂ। हे ਸਾਈਨਾਥ, ਮੈਂ ਤੁਹਾਡੇ ਚਰਨਾਂ ਦੀ ਬੰਦਗੀ ਕਰਦੇ ਹੋਏ ਸਤੋਤਰ ਲੇਖਣ ਜਾਣੇ ਭਗਤੀ ਕਾਵੀ ਦਾ ਲੇਖਣ ਸ਼ੁਰੂ ਕਰ ਰਿਹਾ ਹਾਂ। ਇਹ ਤੁਹਾਡੀ ਹੀ ਰਚਨਾ ਹੈ ਅਤੇ ਤੁਸੀਂ ਹੀ ਮੇਰੀ ਮਦਦ ਕਰਕੇ ਮੇਰੇ ਤੋਂ ਆਪਣਾ ਇਹ ਕੰਮ ਪੂਰਾ ਕਰਵਾਓ। हे ਸਾਈਨਾਥ, ਤੁਸੀਂ ਨੀਲਕੰਠ ਵਾਂਗ ਹੋ ਅਤੇ ਇਸ ਕੰਮ ਦੌਰਾਨ ਜੇ ਕਿਤੇ ਵੀ ਸਮੱਸਿਆਵਾਂ ਰੁਕਾਵਟ ਬਣਨ ਤਾਂ ਤੁਸੀਂ ਨੀਲਕੰਠ ਦੇ ਰੂਪ ਵਿੱਚ ਉਸ ਰੁਕਾਵਟ ਨੂੰ ਖੁਦ ਦੂਰ ਕਰੋ, ਤਾਂ ਕਿ ਤੁਹਾਡਾ ਕੰਮ ਬੇਰੋਕ ਟੋਕ ਪੂਰਾ ਹੋ ਸਕੇ। ਭੂਮਿਕਾ। ਸ਼੍ਰੀ ਸਾਈਂ ਕਿਰਪਾ ਦੇ ਬੱਦਲ ਹਨ। ਉਹ ਗਿਆਨ ਦੀ ਵਰਖਾ ਕਰਦੇ ਹਨ। ਇਸ ਨਾਲ ਅਗਿਆਨ ਦੀ ਉਡਦੀ ਧੂੜ ਹੇਠਾਂ ਬੈਠ ਜਾਂਦੀ ਹੈ, ਮਲੀਆ ਮੇਟ ਹੋ ਜਾਂਦੀ ਹੈ। ਸੰਘਣੀ ਧੂੜ ਕਾਰਨ ਜਦੋਂ ਕੁਝ ਦਿਖਾਈ ਨਹੀਂ ਦਿੰਦਾ ਤਾਂ ਸਾਈਂ ਕਿਰਪਾ ਦੀ ਵਰਖਾ ਕਰਕੇ ਮਾਰਗ ਦਰਸ਼ਨ ਕਰਦੇ ਹਨ, ਰਾਹ ਦਿਖਾਉਂਦੇ ਹਨ। ਸ਼੍ਰੀ ਸਾਈਂ ਦਾ ਇਹ ਨਿਤ ਉਪਕਾਰ ਹੀ ਜਗਤ ਦਾ ਕਲਿਆਣ ਹੈ। ਸ਼੍ਰੀ ਸਾਈਂ ਗਿਆਨੇਸ਼ਵਰੀ ਸਤਿਗੁਰੂ ਸ਼੍ਰੀ ਸਾਈਂ ਵੱਲੋਂ ਦਿੱਤੇ ਗਏ ਅਨਮੋਲ ਅਧਿਆਤਮ ਗਿਆਨ ਦਾ ਸਤਿਅਮ ਸ਼ਿਵਮ ਸੁੰਦਰਮ ਸਰੂਪ ਹੈ। ਇਹ ਗਿਆਨ ਗਾਗਰ ਵਿੱਚ ਸਾਗਰ ਵਾਂਗ ਸਮਾਇਆ ਹੋਇਆ ਹੈ। ਸ਼੍ਰੀ ਸਾਈਂ ਦੇ ਦਿਵਯ ਗਿਆਨ ਵਿੱਚ ਉਹ ਸਮਰੱਥਾ ਹੈ ਜਿਹੜੀ ਵਿਅਕਤੀ ਦੇ ਜੀਵਨ ਦੀ ਦਿਸ਼ਾ ਹੀ ਬਦਲ ਦਿੰਦੀ ਹੈ। ਸ਼੍ਰੀ ਸਾਈਂ 19ਵੀਂ ਸਦੀ ਦੇ ਅਖੀਰ ਵਿੱਚ ਸ਼ਿਰਡੀ ਦੀ ਧਰਤੀ ਤੇ ਆਏ। ਉਹਨਾਂ ਦੇ ਆਉਣ ਨਾਲ ਸਾਰੀ ਦੁਨੀਆ ਦੀ ਕਿਸਮਤ ਦਾ ਸਿਤਾਰਾ ਚਮਕ ਉੱਠਿਆ। ਉਹਨਾਂ ਨੇ ਭਗਤੀ ਨੂੰ ਜਨ ਜਨ ਲਈ ਆਸਾਨ ਬਣਾਇਆ। ਸ਼੍ਰੀ ਸਾਈਂ ਕੋਲ ਸ਼ਰਧਾਲੂ ਰੋਜ਼ਾਨਾ ਦੂਰ ਦੂਰ ਤੋਂ ਚੱਲ ਕੇ ਆਉਂਦੇ ਸਨ।
ਉਹ ਭਗਤਾਂ ਨਾਲ ਘੱਟ ਗੱਲਬਾਤ ਕਰਦੇ ਸਨ। ਗਿਣੇ ਚੁਣੇ ਕੁਝ ਸ਼ਬਦਾਂ ਜਾਂ ਵਾਕਾਂ ਵਿੱਚ ਹੀ ਮਾਰਗਦਰਸ਼ਨ ਤੇ ਅਸ਼ੀਰਵਾਦ ਦਿੰਦੇ ਹੁੰਦੇ ਸਨ। ਕੁਝ ਭਗਤ ਸ਼੍ਰੀ ਸਾਈਂ ਤੋਂ ਗਿਆਨ ਦੇਣ ਦੀ ਖਾਸ ਤੌਰ ਤੇ ਬੇਨਤੀ ਕਰਦੇ ਸਨ। ਸ਼੍ਰੀ ਸਾਈਂ ਉਹਨਾਂ ਨੂੰ ਗੱਲਾਂ ਵਿੱਚ ਹੀ ਸੰਖੇਪ ਵਿੱਚ ਗਿਆਨ ਦਾ ਅਨੋਖਾ ਖਜ਼ਾਨਾ ਦੇ ਦਿੰਦੇ ਸਨ। ਸਤਿਗੁਰੂ ਅਤੇ ਭਗਤ ਵਿਚਾਲੇ ਆਪਸ ਵਿੱਚ ਥੋੜੇ ਸਮੇਂ ਦਾ ਸੰਵਾਦ ਹੁੰਦਾ ਅਤੇ ਸਤਿਗੁਰੂ ਭਗਤ ਨੂੰ ਗਿਆਨ ਦੇ ਬਹੁਮੁੱਲੇ ਰਤਨ ਫੜਾ ਦਿੰਦੇ ਸਨ। ਸਤਿਗੁਰੂ ਸ਼੍ਰੀ ਸਾਈਂ ਦੀ ਇਹ ਵਿਸ਼ੇਸ਼ਤਾ ਸੀ ਕਿ ਉਹਨਾਂ ਕੋਲ ਜਿਹੜਾ ਵੀ ਵਿਅਕਤੀ ਜਿਹੋ ਜਿਹੀ ਇੱਛਾ ਲੈ ਕੇ ਆਉਂਦਾ ਸੀ, ਉਹ ਉਸ ਦੀ ਉਹੀ ਇੱਛਾ ਪੂਰੀ ਕਰਦੇ ਸਨ। ਭੌਤਿਕ ਇੱਛਾ ਲੈ ਕੇ ਆਉਣ ਵਾਲਿਆਂ ਦੀ ਉਹ ਭੌਤਿਕ ਇੱਛਾ ਪੂਰੀ ਕਰਦੇ, ਬੇਔਲਾਦ ਨੂੰ ਉਹ ਔਲਾਦ ਦਾ ਆਸ਼ੀਰਵਾਦ ਦਿੰਦੇ, ਰੋਗੀ ਤੇ ਬਿਮਾਰ ਦੇ ਸਰੀਰਕ ਦੁੱਖ ਦੂਰ ਕਰਦੇ। ਗਿਆਨ ਅਤੇ ਭਗਤੀ ਦੀ ਕਾਮਨਾ ਲੈ ਕੇ ਜਿਹੜਾ ਵੀ ਆਉਂਦਾ ਸੀ, ਸ਼੍ਰੀ ਸਾਈਂ ਸਿਰਫ ਉਸ ਨੂੰ ਹੀ ਗਿਆਨ ਤੇ ਭਗਤੀ ਦਾ ਖਜ਼ਾਨਾ ਭੇਟ ਕਰਦੇ ਸਨ। ਸ਼੍ਰੀ ਸਾਈਂ ਅਤੇ ਭਗਤਾਂ ਦੇ ਕੁਝ ਮਹੱਤਵਪੂਰਨ ਸੰਵਾਦਾਂ ਨੂੰ ਦਾਸ ਗਣੂ ਮਹਾਰਾਜ ਨੇ ਮਰਾਠੀ ਭਾਸ਼ਾ ਵਿੱਚ ਗੇ ਕਾਵੀ ਦੇ ਰੂਪ ਵਿੱਚ ਲਾਵਣੀ ਸ਼ੈਲੀ ਵਿੱਚ ਊਵੀ ਛੰਦ ਵਿੱਚ ਲਿਖਿਆ। ਦਾਸ ਗਣੂ ਮਹਾਰਾਜ ਦਾ ਇਹ ਯੋਗਦਾਨ ਸਾਈਂ ਸਾਹਿਤ ਦੇ ਆਕਾਸ਼ ਤੇ ਭਾਵ ਸਵਰ ਗਿਆਨ ਸੂਰਜ ਵਾਂਗ ਹੈ। ਗੱਲਬਾਤ ਰਾਹੀਂ ਸ਼੍ਰੀ ਸਾਈਂ ਨੇ ਗਿਆਨ ਦੇ ਜਿਹੜੇ ਅਨਮੋਲ ਮੋਤੀ ਬਣ ਕੇ ਆਪਣੇ ਪਿਆਰੇ ਭਗਤਾਂ ਨੂੰ ਦਿੱਤੇ ਹਨ, ਉਹ ਹਰ ਸਾਈਂ ਭਗਤ ਲਈ ਇੱਕ ਅਨਮੋਲ ਵਿਰਾਸਤ ਹੈ। ਦਾਸ ਗਣੂ ਮਹਾਰਾਜ ਤੇ ਮਾਂ ਸਰਸਵਤੀ ਦੀ ਅਥਾਹ ਕਿਰਪਾ ਸੀ। ਮਾਂ ਸਰਸਵਤੀ ਦਾਸ ਗਣੂ ਦੇ ਕੰਠਾਂ ਤੇ ਬੈਠਦੀ ਸੀ। ਦਾਸ ਗਣੂ ਜਿੱਥੇ ਵੀ ਜਾ ਕੇ ਭਜਨ ਗਾਉਂਦੇ ਸਨ, ਉੱਥੇ ਸੁਰਾਂ ਦਾ ਅਨੋਖਾ ਸਮਾਂ ਵੱਜ ਜਾਂਦਾ ਸੀ। ਸ਼੍ਰੀ ਸਾਈਂ ਦੀ ਕੀਰਤੀ ਨੂੰ ਸਮੁੱਚੇ ਮਹਾਰਾਸ਼ਟਰ ਵਿੱਚ ਫੈਲਾਉਣ ਵਿੱਚ ਦਾਸ ਗਣੂ ਦਾ ਖਾਸ ਯੋਗਦਾਨ ਸੀ। ਉਹ ਸਤਿਗੁਰੂ ਸ਼੍ਰੀ ਸਾਈਂ ਪ੍ਰਤੀ ਪੂਰੀ ਤਨਦੇਹੀ ਨਾਲ ਸਮਰਪਿਤ ਸਨ। ਸਤਿਗੁਰੂ ਸ਼੍ਰੀ ਸਾਈਂ ਦੇ ਨੇੜਲੇ ਪਿਆਰੇ ਭਗਤਾਂ ਵਿੱਚ ਉਹਨਾਂ ਦਾ ਨਾਂ ਬਿਨਾਂ ਸ਼ੱਕ ਸਭ ਤੋਂ ਮੋਹਰੀ ਹੈ। ਦਾਸ ਗਣੂ ਮਹਾਰਾਜ ਮਹਾਕਵੀ ਸਨ। ਕਵਿਤਾ ਤੇ ਛੰਦਾਂ ਦੀ ਨਿਰੰਤਰ ਕਾਵੀ ਧਾਰਾ ਤੇਜ਼ ਰਫ਼ਤਾਰ ਨਾਲ ਉਹਨਾਂ ਦੇ ਗਲੇ ਵਿੱਚ ਫੁੱਟ ਪੈਂਦੀ ਸੀ। ਸ਼੍ਰੀ ਸਾਈਂ ਦੀ ਕੀਰਤੀ ਵਿੱਚ ਉਹਨਾਂ ਨੇ ਸਾਈਂ ਰਹਿਮ ਨਜ਼ਰ ਕਰਨਾ, ਰਹਿਮ ਨਜ਼ਰ ਕਰੋ, ਸ਼ਿਰਡੀ ਮਾਝੇ ਪੰਡਰਪੁਰ, ਸਾਈਨਾਥ ਗੁਰੂ ਮਾਝੇ ਆਈ ਆਦਿ ਦਿਲ ਨੂੰ ਛੂਹਣ ਵਾਲੇ ਭਜਨ ਲਿਖੇ। ਸਾਈਂ ਦੀ ਬੰਦਗੀ ਤੇ ਵਡਿਆਈ ਵਿੱਚ ਉਹਨਾਂ ਨੇ ਭਗਤੀ ਭਾਵਪੂਰਨ ਰਚਨਾ ਸ਼੍ਰੀ ਸਾਈਨਾਥ ਸਤਵਨ ਮੰਜਰੀ ਲਿਖੀ। ਦਾਸ ਗਣੂ ਮਹਾਰਾਜ ਦੀਆਂ ਹੋਰ ਕਿਤਾਬਾਂ ਸ਼੍ਰੀ ਭਗਤੀ ਲੀਲਾਮ੍ਰਿਤ, ਸ਼੍ਰੀ ਸੰਤ ਕਥਾਮ੍ਰਿਤ ਤੇ ਸ਼੍ਰੀ ਭਗਤੀ ਸਾਰਾਮ੍ਰਿਤ ਵਿੱਚ ਵੀ ਸਾਈਂ ਭਗਤੀ ਦੇ 7ਵੇਂ ਅਧਿਆਇ ਸਾਈਂ ਭਗਤ ਸੰਵਾਦ ਵਜੋਂ ਮੁਹੱਈਆ ਹਨ, ਜਿੱਥੇ ਲਘੂ ਕਾਵੀ ਸ਼ੈਲੀ ਵਿੱਚ ਵੀ ਵਿਸ਼ਾਲ ਗਿਆਨ ਸਾਗਰ ਸ਼ਾਮਲ ਹੈ। ਸ਼੍ਰੀ ਸਾਈਂ ਵੱਲੋਂ ਦਿੱਤੇ ਗਏ ਅਤੇ ਦਾਸ ਗਣੂ ਮਹਾਰਾਜ ਵੱਲੋਂ ਕਾਵੀ ਵਿੱਚ ਲਿਪੀਬੱਧ ਕੀਤੇ ਗਏ ਅਨਮੋਲ ਗਿਆਨ ਨੂੰ ਜਿਉਂ ਦਾ ਤਿਉਂ ਪੰਜਾਬੀ ਅਨੁਵਾਦ ਨਾਲ ਅਸੀਂ ਤੁਹਾਡੇ ਸਾਹਮਣੇ ਸ਼੍ਰੀ ਸਾਈਂ ਗਿਆਨੇਸ਼ਵਰੀ ਦੇ ਰੂਪ ਵਿੱਚ ਪੇਸ਼ ਕਰ ਰਹੇ ਹਾਂ। ਦਾਸ ਗਣੂ ਦੇ ਕਾਵੀ ਵਿੱਚੋਂ ਗਿਆਨ, ਨੀਤੀ ਤੇ ਵੈਰਾਗ ਭਰਪੂਰ ਊਵੀਆਂ ਚੁਣ ਕੇ ਉਹਨਾਂ ਨੂੰ 9 ਅਧਿਆਇ ਵਿੱਚ ਰੱਖਿਆ ਗਿਆ ਹੈ।
ਨਵੀਨ ਭਗਤੀ ਦੇ ਇਸ ਗ੍ਰੰਥ ਵਿੱਚ ਕੁੱਲ 700 ਊਵੀਆਂ ਹਨ, ਜਿਸ ਵਿੱਚ ਸਾਈਂ ਭਗਤੀ ਦਾ ਨਵਾਂ ਰੰਗ ਝਲਕਦਾ ਹੈ। ਅਨੁਵਾਦ, ਭਾਵ ਅਨੁਵਾਦ ਤੇ ਗ੍ਰੰਥ ਸੰਪਾਦਨਾ ਦੇ ਕੰਮ ਵਿੱਚ ਮੇਰੇ ਸਹਿਯੋਗੀ ਦੀਪਕ ਬਜਾਜ ਅਤੇ ਅੰਜੂ ਟੰਡਨ ਨੇ ਸ਼੍ਰੀ ਸਾਈਂ ਦੀ ਮਿਹਰ ਨਾਲ ਸ਼ਲਾਘਾਯੋਗ ਸਾਹਿਤਿਕ ਮਿਹਨਤ ਕੀਤੀ ਹੈ। ਦੁਨੀਆ ਵਿੱਚ ਅਨੰਤ ਲੀਲਾਵਾਂ ਦੇ ਪਾਣੇ ਬਾਣੇ ਬੁੱਲਣ ਵਾਲੇ ਅਤੇ ਲੀਲਾਵਾਂ ਨੂੰ ਰੰਗ ਮੰਚ ਤੇ ਉਤਾਰਨ ਵਾਲੇ ਸਤਿਗੁਰੂ ਸ਼੍ਰੀ ਸਾਈਂ ਇਸ ਕਿਤਾਬ ਦੇ ਪ੍ਰੇਰਣਾ ਸਰੋਤ ਹਨ। ਉਹ ਕਦੋਂ ਕੀ ਕਰਨਗੇ ਅਤੇ ਕਿਸ ਤੋਂ ਕੀ ਕਰਵਾਉਣਗੇ, ਇਹ ਕੋਈ ਵੀ ਨਹੀਂ ਜਾਣਦਾ। ਮੌਜੂਦਾ ਦੌਰ ਵਿੱਚ ਸ਼੍ਰੀ ਸਾਈਂ ਇਸ ਦੁਨੀਆ ਨੂੰ ਗਿਆਨ ਦੀ ਅੰਮ੍ਰਿਤ ਧਾਰਾ ਨਾਲ ਸਿੰਜ ਕੇ ਉਹਨਾਂ ਨੂੰ ਸਹੀ ਰਾਹ ਦਿਖਾਉਣਾ ਚਾਹੁੰਦੇ ਹੋਣ। ਸੰਭਵ ਹੈ ਕਿ ਅਜਿਹੀ ਉਹਨਾਂ ਦੀ ਇੱਛਾ ਹੋਵੇ। ਆਪਣੀ ਇੱਛਾ ਨੂੰ ਸਹੀ ਅੰਜਾਮ ਦੇਣ ਲਈ ਉਹਨਾਂ ਨੇ ਪ੍ਰੇਰਣਾ ਦਿੱਤੀ ਹੋਵੇ, ਜਿਸ ਦੇ ਸਿੱਟੇ ਵਜੋਂ ਉਹਨਾਂ ਨੇ ਸ਼੍ਰੀ ਸਾਈਂ ਗਿਆਨੇਸ਼ਵਰੀ ਦੀ ਸਿਰਜਣਾ ਕਰਵਾਈ ਹੋਵੇ। ਜੋ ਕੁਝ ਵੀ ਹੋਵੇ, ਮੇਰਾ ਤਾਂ ਇਹੀ ਮੰਨਣਾ ਹੈ ਕਿ ਸ਼੍ਰੀ ਸਾਈਂ ਦੀ ਪ੍ਰੇਰਣਾ ਤੇ ਦਿਵਯ ਸ਼ਕਤੀ ਦੇ ਜੋੜ ਨਾਲ ਹੀ ਇਸ ਸ਼੍ਰੇਣੀ ਦੀ ਸਿਰਜਣਾ ਸੰਭਵ ਹੈ। ਸ਼੍ਰੀ ਸਾਈਂ ਦੇ ਹੱਥ ਵਿੱਚ ਚਾਬੀ ਹੈ। ਉਹ ਜਿਸ ਤਰ੍ਹਾਂ ਚਾਬੀ ਘੁਮਾਉਂਦੇ ਹਨ, ਖਿਡੌਣਾ ਉਸੇ ਤਰ੍ਹਾਂ ਘੁੰਮਦਾ ਹੈ। ਸ਼੍ਰੀ ਸਾਈਂ ਗਿਆਨੇਸ਼ਵਰੀ ਸ਼੍ਰੀ ਸਾਈਂ ਦੀ ਹੀ ਸਿਰਜਣਾ ਹੈ, ਜਿਸ ਵਿੱਚ ਸ਼੍ਰੀ ਸਾਈਂ ਨੇ ਦੁਨਿਆਵੀ ਕਰਮਾਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਦੀ ਰਾਹ ਦਿਖਾਈ ਹੈ। ਜੀਵਨ ਵਿੱਚ ਆਉਣ ਵਾਲੇ ਦੁੱਖ, ਕਸ਼ਟ ਤੇ ਤਮਸ ਦੂਰ ਕਰਨ ਦਾ ਗਿਆਨ ਦਿੱਤਾ ਹੈ। ਸ਼੍ਰੀ ਸਾਈਂ ਦੇ ਗਿਆਨ ਦਾ ਬ੍ਰਹਮ ਪ੍ਰਕਾਸ਼ ਲੋਕਾਂ ਦੇ ਅਗਿਆਨ ਤੇ ਹਨੇਰੇ ਨੂੰ ਦੂਰ ਕਰੇਗਾ, ਜ਼ਿੰਦਗੀ ਨੂੰ ਸਹੀ ਦਿਸ਼ਾ ਦੇਵੇਗਾ, ਭਗਤੀ ਦੇ ਵਿਕਾਸ ਵਿੱਚ ਸਹਾਈ ਹੋਵੇਗਾ, ਆਤਮਾ ਵਿੱਚ ਪਰਮਾਤਮਾ ਦੀ ਭਾਵਨਾ ਮਹਿਸੂਸ ਕਰਵਾਏਗਾ ਅਤੇ ਦੁਨਿਆਵੀ ਚੱਕਰ ਤੋਂ ਮੁਕਤ ਕਰਵਾਏਗਾ। ਸ਼੍ਰੀ ਸਾਈਂ ਕਹਿੰਦੇ ਹਨ, ਜਿਹੜਾ ਵੀ ਇਹਨਾਂ ਨੀਤੀਆਂ ਨੂੰ ਲਗਾਤਾਰ ਪੜ੍ਹੇਗਾ, ਜਿਹੜਾ ਵੀ ਇਸ ਗਿਆਨ ਨੂੰ ਮਨ ਵਿੱਚ ਧਾਰਨ ਕਰੇਗਾ ਅਤੇ ਜਿਹੜਾ ਵੀ ਇਸ ਨੂੰ ਸ਼ਰਧਾ ਭਾਵਨਾ ਨਾਲ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਥਾਂ ਦੇਵੇਗਾ, ਉਸ ਦੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਉਸ ਦਾ ਦੁਨਿਆਵੀ ਤੇ ਪਾਰਲੌਕਿਕ ਰਾਹ ਸੁਖਾਲਾ ਹੋਵੇਗਾ ਅਤੇ ਉਹ ਭਵ ਸਾਗਰ ਨੂੰ ਪਾਰ ਕਰਨ ਵਿੱਚ ਸਫਲ ਹੋਵੇਗਾ। ਸ਼੍ਰੀ ਸਾਈਂ ਦੀਆਂ ਬੇਅੰਤ ਲੀਲਾਵਾਂ ਹਨ ਅਤੇ ਇਸ ਦਾ ਕ੍ਰਮ ਨਿਰੰਤਰ ਜਾਰੀ ਹੈ। ਸ਼੍ਰੀ ਸਾਈਂ ਦੇ ਇੱਕ ਇੱਕ ਸ਼ਬਦ ਵਿੱਚ ਗਿਆਨ ਦੀ ਵਿਸ਼ਾਲ ਮਾਲਾ ਪਿਰੋਈ ਹੋਈ ਹੈ। ਉਹਨਾਂ ਦੇ ਸਤਕਾਰਜਾਂ ਤੇ ਸਤਵਚਨਾਂ ਨੂੰ ਵਿਸ਼ਾਲ ਗ੍ਰੰਥਾਂ ਵਿੱਚ ਵੀ ਇਕੱਠਾ ਕਰਨਾ ਸੰਭਵ ਨਹੀਂ ਹੈ। ਫਿਰ ਵੀ ਬੇਅੰਤ ਗਿਆਨ ਨੂੰ ਮਹਿਸੂਸ ਕਰਕੇ ਪ੍ਰਗਟਾਉਣਾ ਅਤੇ ਉਸ ਨੂੰ ਭਵਿੱਖ ਵਿੱਚ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣਾ ਰਚਨਾਕਾਰ ਦੀ ਰਚਨਾ ਧਰਮਤਾ ਹੈ। ਰਚਨਾਕਾਰ ਕਵੀ ਕਰਮ ਕਰਕੇ ਕਵੀ ਧਰਮ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੀ ਸੀਮਿਤ ਸਮਰੱਥਾ ਸ਼ਕਤੀ ਦੇ ਬਾਵਜੂਦ ਅਸੀਮਿਤ ਗਿਆਨ ਅੰਮ੍ਰਿਤ ਨੂੰ ਆਪਣੀ ਕ੍ਰਿਤੀ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਨਾਲ ਸ਼ਿਰਡੀ ਤੇ ਧੂਪ ਖੇੜਾ ਦੀ ਯਾਤਰਾ ਕਰਨ ਤੋਂ ਬਾਅਦ ਮੈਨੂੰ ਦਾਸ ਗਣੂ ਮਹਾਰਾਜ ਦੇ ਜਨਮ ਸਥਾਨ ਅਕੋਲਨੇਰ ਜਾਣ ਦਾ ਮੌਕਾ ਮਿਲਿਆ। ਦਾਸ ਗਣੂ ਮਹਾਰਾਜ ਦੇ ਸਾਈਂ ਭਜਨ ਮੈਨੂੰ ਬਹੁਤ ਪਿਆਰੇ ਸਨ ਅਤੇ ਮੈਂ ਦਾਸ ਗਣੂ ਮਹਾਰਾਜ ਤੋਂ ਕਾਫੀ ਪ੍ਰਭਾਵਿਤ ਸੀ। ਯਾਤਰਾ ਤੋਂ ਬਾਅਦ ਮੈਂ ਦਾਸ ਗਣੂ ਮਹਾਰਾਜ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ।
ਦਾਸ ਗਣੂ ਮਹਾਰਾਜ ਦੇ ਕਾਵੀ ਸਾਹਿਤ ਨੂੰ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਉਹਨਾਂ ਨੇ ਸਤਿਗੁਰੂ ਸਾਈਂ ਦੇ ਗਿਆਨ ਨੂੰ ਜਿਸ ਰੂਪ ਵਿੱਚ ਕਾਵੀ ਸਾਹਿਤ ਵਿੱਚ ਉਤਾਰਿਆ ਸੀ, ਉਹ ਬਹੁਤ ਪ੍ਰਭਾਵਸ਼ਾਲੀ ਸੀ। ਮੇਰੇ ਮਨ ਵਿੱਚ ਖਿਆਲ ਆਇਆ ਕਿ ਦਾਸ ਗਣੂ ਮਹਾਰਾਜ ਦੇ ਅਨਮੋਲ ਸਾਹਿਤ ਦਾ ਹਿੰਦੀ ਵਿੱਚ ਵੀ ਅਨੁਵਾਦ ਕਰਕੇ ਲੋਕਾਂ ਲਈ ਫਾਇਦੇਮੰਦ ਬਣਾਉਣਾ ਚਾਹੀਦਾ ਹੈ। ਇਸ ਵਿਚਾਰ ਦੀ ਲਹਿਰ ਪੈਦਾ ਕਰਨ ਵਾਲੇ ਸ਼੍ਰੀ ਸਾਈਂ ਹੀ ਸਨ। ਮੈਨੂੰ ਅਜਿਹਾ ਲੱਗਾ ਕਿ ਗਿਆਨ ਦੇ ਇਸ ਭੰਡਾਰ ਨਾਲ ਸ਼੍ਰੀ ਸਾਈਂ ਗਿਆਨੇਸ਼ਵਰੀ ਦੀ ਰਚਨਾ ਹੋ ਸਕਦੀ ਹੈ, ਪਰੰਤੂ ਇੰਨਾ ਔਖਾ ਕੰਮ ਉਦੋਂ ਹੀ ਸੰਭਵ ਹੈ ਜਦੋਂ ਸਤਿਗੁਰੂ ਸ਼੍ਰੀ ਸਾਈਂ ਦੀ ਮਿਹਰ ਹੋਵੇ। ਬਸੰਤ ਪੰਚਮੀ 2016 ਵਿੱਚ ਹਿੰਦੀ ਅਨੁਵਾਦ ਦਾ ਕੰਮ ਸ਼ੁਰੂ ਕੀਤਾ ਗਿਆ। ਸ਼੍ਰੀ ਸਾਈਂ ਨੇ ਸ਼ੁਭ ਕੜੀ ਦੇਖ ਕੇ ਆਪਣੇ ਕੰਮ ਦਾ ਸ਼੍ਰੀ ਗਣੇਸ਼ ਕਰਵਾਇਆ। ਮਰਾਠੀ ਭਾਸ਼ਾ ਦੀ ਸਮੁੱਚੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਸਾਈਂ ਦੀ ਮਿਹਰ ਸਦਕਾ ਕਲਮ ਚੱਲਣ ਲੱਗੀ। ਅਨੁਵਾਦ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ਼ਲੋਕਾਂ ਦੀ ਚੋਣ, ਵਿਸ਼ਿਆਂ ਦਾ ਸੁਮੇਲ, ਅਧਿਆਇ ਤੇ ਕਿਤਾਬ ਦਾ ਗ੍ਰੰਥ ਸਰੂਪ ਹੈਰਾਨੀਜਨਕ ਤੌਰ ਤੇ ਕਾਫੀ ਘੱਟ ਸਮੇਂ ਵਿੱਚ ਤਿਆਰ ਹੋ ਗਿਆ। ਇਹ ਸ਼੍ਰੀ ਸਾਈਂ ਦੀ ਹੀ ਲੀਲਾ ਹੈ। ਸ਼੍ਰੀ ਸਾਈਂ ਗਿਆਨੇਸ਼ਵਰੀ ਬਾਬਾ ਜੀ ਦੀ ਪ੍ਰੇਰਣਾ ਤੇ ਮਿਹਰ ਦਾ ਹੀ ਸਿੱਟਾ ਹੈ। ਸ਼੍ਰੀ ਸਾਈਂ ਗਿਆਨੇਸ਼ਵਰੀ ਗ੍ਰੰਥ ਦੀ ਵਹਿੰਦੀ ਧਾਰਾ ਦਾ ਅੰਮ੍ਰਿਤ ਤੁਹਾਡੇ ਤੱਕ ਪੁੱਜੇ। ਗਿਆਨ ਅੰਮ੍ਰਿਤ ਦਾ ਵੱਧ ਤੋਂ ਵੱਧ ਅੰਸ਼ ਤੁਹਾਡੇ ਤੱਕ ਪੁੱਜ ਸਕੇ, ਇਹੀ ਸਾਡੀ ਕਾਮਨਾ ਹੈ। ਇਸ ਲਈ ਸ਼੍ਰੀ ਸਾਈਂ ਗਿਆਨੇਸ਼ਵਰੀ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਇਆ ਗਿਆ। ਇਹ ਗ੍ਰੰਥ ਮਰਾਠੀ, ਤਮਿਲ, ਤੇਲਗੂ, ਅੰਗਰੇਜ਼ੀ ਅਤੇ ਹੁਣ ਪੰਜਾਬ ਦੇ ਭਗਤਾਂ ਲਈ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਗਿਆ ਹੈ। ਇਸ ਗ੍ਰੰਥ ਵਿੱਚ ਦੋਹੇ ਦੀ ਸ਼ੈਲੀ ਵਿੱਚ ਸ਼੍ਰੀ ਸਾਈਂ ਅਸ਼ਟੋਤਰ ਸ਼ਤੀ ਦਿੱਤੀ ਗਈ ਹੈ, ਜੋ ਇਸ ਗ੍ਰੰਥ ਦਾ ਸਾਰ ਹੈ। ਇਸ ਨੂੰ ਲਗਾਤਾਰ ਪੜ੍ਹੋ। ਯਕੀਨੀ ਤੌਰ ਤੇ ਤੁਹਾਡੇ ਸਾਰੇ ਭੌਤਿਕ ਤਾਪ ਘੱਟ ਹੋਣਗੇ ਅਤੇ ਮਨ ਵਿੱਚ ਭਗਤੀ ਭਾਵ ਦਾ ਸੰਚਾਰ ਹੋਵੇਗਾ। ਸ਼੍ਰੀ ਸਾਈਂ ਦੀ ਚਾਕਰੀ ਵਿੱਚ ਹੀ ਪੂਰਨ ਆਨੰਦ ਹੈ। ਮੈਂ ਤਾਂ ਸਿਰਫ ਸਾਈਂ ਦੀ ਚਾਕਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸੇਵਾ ਚਾਕਰੀ ਵਿੱਚ ਮੈਂ ਕਿੰਨਾ ਸਫਲ ਹੋ ਸਕਿਆ, ਇਸ ਦਾ ਮੁਲਾਂਕਣ ਤਾਂ ਤੁਸੀਂ ਭਗਤਾਂ ਨੇ ਹੀ ਕਰਨਾ ਹੈ। ਇਸ ਕਿਤਾਬ ਨੂੰ ਪੂਰੀ ਸਾਵਧਾਨੀ ਨਾਲ ਨੇਪਰੇ ਝਾੜਨ ਤੋਂ ਬਾਅਦ ਵੀ ਜੇ ਮੇਰੇ ਕੋਲੋਂ ਕੋਈ ਗਲਤੀ ਰਹਿ ਗਈ ਹੋਵੇ ਤਾਂ ਬਾਬਾ ਜੀ ਦਾ ਬੱਚਾ ਸਮਝ ਕੇ ਮੈਨੂੰ ਮਾਫ ਕਰਿਓ। ਸਾਰੇ ਸਾਈਂ ਭਗਤਾਂ ਨੂੰ ਓਮ ਸਾਈਂ ਰਾਮ। ਰਾਕੇਸ਼ ਜੁਨੇਜਾ।